ਵੈਲਕਮ ਟੂ ਆਲ ਦਾ ਸਟੇਕ ਹੋਲਡਰਸ ਆਫ ਇਨਸਾਈਟ ਪੰਜਾਬ। ਇਨਸਾਈਟ ਪੰਜਾਬ ਟੀਮ ਅੱਜ ਆਪਣੀ ਪਹਿਲੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਜਾਣਕਾਰੀ ਸਾਂਝਾ ਕਰਨ ਜਾ ਰਹੇ ਹਾਂ ਸਿਵਲ ਸਰਵਿਸਿਜ਼ ਐਗਜ਼ਾਮ ਬਾਰੇ ਕਿ ਕੀ ਹੁੰਦਾ ਸਿਵਲ ਸਰਵਿਸਿਜ਼ ਐਗਜ਼ਾਮ, ਕੌਣ ਇਸ ਨੂੰ ਕੰਡਕਟ ਕਰਦਾ, ਕਿਹੜੇ ਸਬਜੈਕਟ ਆਉਂਦੇ ਨੇ, ਕਿੰਨੇ ਮਾਰਕਸ ਦਾ ਪੇਪਰ ਹੁੰਦਾ, ਕਦੋਂ ਇਹ ਪੇਪਰ ਹੁੰਦਾ, ਕਿਹੜੀ ਏਜ ਤੱਕ ਤੁਸੀਂ ਐਗਜ਼ਾਮ ਨੂੰ ਦੇ ਸਕਦੇ ਹੋ ਜਾਂ ਫਿਰ ਤੁਹਾਡੇ ਕੋਲ ਕਿੰਨੇ ਚਾਂਸ ਹੁੰਦੇ ਨੇ ਸਿਵਲ ਸਰਵਿਸਿਜ਼ ਐਗਜ਼ਾਮ ਦੇ ਵਿੱਚ ਅਪੀਅਰ ਹੋਣ ਦੇ। ਅਤੇ ਇਸ ਵੀਡੀਓ ਨੂੰ ਦੇਖਣ ਦੇ ਨਾਲ ਤੁਸੀਂ ਆਪਣੇ ਵਿਜ਼ਨ ਵੱਲ ਨੂੰ ਇੱਕ ਸਟੈਪ ਜ਼ਰੂਰ ਅੱਗੇ ਵਧੋਗੇ ਅਤੇ ਆਪਣੇ ਮਨ ਦੇ ਅੰਦਰ ਸਿਵਲ ਸਰਵਿਸਿਜ਼ ਐਗਜ਼ਾਮ ਦਾ ਇੱਕ ਜਿਹੜਾ ਡਰ ਹੈ ਉਹਨੂੰ ਜ਼ਰੂਰ ਦੂਰ ਕਰ ਪਾਓਗੇ। ਆਓ ਸਭ ਤੋਂ ਪਹਿਲਾਂ ਅਸੀਂ ਜਾਣਦੇ ਹਾਂ ਇਹ ਦੋ ਏਜੰਸੀਜ਼ ਬਾਰੇ। UPSC ਯੂਨੀਅਨ ਪਬਲਿਕ ਸਰਵਿਸ ਕਮਿਸ਼ਨ, it is a national recruitment agency which is responsible for the recruitment of Indian civil services. It includes IAS, IPS, Indian Revenue Services, Indian Foreign Services, Indian Forest Services, etc. On the other side, at the state level in Punjab, we have Punjab Public Service Commission, which is responsible for the recruitment of civil servants within the jurisdiction of Punjab state. It includes SDM, Tahsildar, Naib Tahsildar, Excise officers and Labour officers. PPS, Punjab Police Services. It includes DSP and Deputy Superintendent of Jail. First of all, we will we will parallel try to aware about both the exam and will compare the similarities and the difference between both the exam. In the one column you are able to see UPSC's civil services exam. On the other side you are looking at PPSC's PCS. UPSC is conducting the exam at the national level, where PPSC is conducting the exam at the state level. UPSC ਨੈਸ਼ਨਲ ਲੈਵਲ ਦੇ ਉੱਤੇ ਐਗਜ਼ਾਮ ਨੂੰ ਕੰਡਕਟ ਕਰਦੀ ਹੈ ਸਿਵਲ ਸਰਵਿਸਿਜ਼ ਐਗਜ਼ਾਮ, ਅਤੇ ਹਰ ਸਾਲ ਇਸ ਐਗਜ਼ਾਮ ਨੂੰ ਕੰਡਕਟ ਕੀਤਾ ਜਾਂਦਾ ਅਕੋਰਡਿੰਗ ਟੂ ਦਾ ਵੇਕੈਂਟ ਪੋਸਟ। PPSC ਸਟੇਟ ਲੈਵਲ ਐਗਜ਼ਾਮ ਨੂੰ ਕੰਡਕਟ ਕਰਦੀ ਹੈ PCS, ਅਤੇ ਇਹ ਐਗਜ਼ਾਮ ਅਕੋਰਡਿੰਗ ਟੂ ਵੇਕੈਂਟ ਪੋਜੀਸ਼ਨ ਦੇ ਨਾਲ ਸਾਲ 2 ਸਾਲ ਜਾਂ 3 ਸਾਲ ਬਾਅਦ ਇਸ ਨੂੰ ਕੰਡਕਟ ਕੀਤਾ ਜਾਂਦਾ। ਸਭ ਤੋਂ ਪਹਿਲਾਂ ਆਪਾਂ ਨੂੰ ਕੁਆਲੀਫਿਕੇਸ਼ਨ ਕੀ ਚਾਹੀਦੀ ਹੈ ਇਸ ਐਗਜ਼ਾਮ ਦੇ ਵਿੱਚ ਅਪੀਅਰ ਹੋਣ ਦੇ ਲਈ। ਗ੍ਰੈਜੂਏਸ਼ਨ ਇਜ਼ ਦਾ ਕੁਆਲੀਫਿਕੇਸ਼ਨ ਟੂ ਅਪੀਅਰ ਇਨ ਦਾ ਐਗਜ਼ਾਮੀਨੇਸ਼ਨ ਆਫ ਸਿਵਲ ਸਰਵਿਸਿਜ਼। ਗ੍ਰੈਜੂਏਸ਼ਨ ਇਨ ਐਨੀ ਸਟਰੀਮ, ਚਾਹੇ ਤੁਸੀਂ BTech ਕੀਤੀ ਹੈ, BA ਕੀਤੀ ਹੈ, BBA ਕੀਤੀ ਹੈ, BCA ਕੀਤੀ ਹੈ, BCom ਕੀਤੀ ਆ, BSc ਐਗਰੀਕਲਚਰ ਕੀਤੀ ਆ, ਮੈਡੀਕਲ, ਨਾਨ ਮੈਡੀਕਲ, ਕੋਈ ਵੀ ਗ੍ਰੈਜੂਏਸ਼ਨ ਤੁਹਾਡੇ ਕੋਲ ਹੋਣੀ ਚਾਹੀਦੀ ਆ। ਅਗਰ ਤੁਸੀਂ ਲਾਸਟ ਈਅਰ ਦੇ ਵਿੱਚੋਂ ਤੇ ਐਗਜ਼ਾਮ ਉੱਧਰੋਂ ਐਡਵਰਟੀਜ਼ਮੈਂਟ ਦੇ ਵਿੱਚ ਆ ਚੁੱਕਿਆ ਤਾਂ ਵੀ ਤੁਸੀਂ ਲਾਸਟ ਈਅਰ ਦੇ ਵਿੱਚ ਹੋ ਕੇ ਵੀ ਤੁਸੀਂ ਇਸ ਐਗਜ਼ਾਮ ਦੇ ਵਿੱਚ ਪ੍ਰੀ ਦੇ ਵਿੱਚ ਅਪੀਅਰ ਹੋ ਸਕਦੇ ਹੋ, ਪਰ ਜਦੋਂ ਤੁਸੀਂ ਮੇਨਸ ਦੇ ਵਿੱਚ ਬਹਿਣਾ ਤਾਂ ਤੁਹਾਡੇ ਕੋਲ ਗ੍ਰੈਜੂਏਸ਼ਨ ਕੰਪਲੀਟ ਚਾਹੀਦੀ ਆ। ਉਸ ਤੋਂ ਬਾਅਦ ਗੱਲ ਕਰਦੇ ਹਾਂ ਏਜ ਕ੍ਰਾਈਟੀਰੀਆ ਕਿ ਕਿਸ ਏਜ ਤੱਕ ਤੁਸੀਂ ਇਸ ਐਗਜ਼ਾਮ ਦੇ ਵਿੱਚ ਅਪੀਅਰ ਹੋ ਸਕਦੇ ਹੋ ਜਾਂ ਤੁਸੀਂ ਐਲੀਜੀਬਲ ਹੋ ਇਸ ਐਗਜ਼ਾਮ ਦੇ ਵਿੱਚ ਬੈਠਣ ਦੇ ਲਈ। UPSC ਦੇ ਸਿਵਲ ਸਰਵਿਸਿਜ਼ ਐਗਜ਼ਾਮ ਦੇ ਵਿੱਚ ਜਨਰਲ ਕੈਟਾਗਰੀ ਵਾਲੇ ਸਟੂਡੈਂਟ 21 ਸਾਲ ਤੋਂ ਲੈ ਕੇ 32 ਸਾਲ ਦੀ ਏਜ ਤੱਕ ਅਪੀਅਰ ਹੋ ਸਕਦੇ ਨੇ ਇਸ ਐਗਜ਼ਾਮ ਦੇ ਵਿੱਚ। OBC ਕੈਟਾਗਰੀ ਸਟੂਡੈਂਟਸ 21 to 35 years age ਤੱਕ। On the other side, SC and ST students can appear from 21 to 37 years age. Same and the PPSC, it starts from the 21, but for the journal till 40 years age a journal student can appear in the PCS exam. OBC 21 to 40 years, same SC and ST 21 to 42 years, they can appear in the civil services exam at state level. Next is how many attempts, ਤੁਸੀਂ ਕਿੰਨੇ ਵਾਰ ਇਸ ਐਗਜ਼ਾਮ ਦੇ ਵਿੱਚ ਅਪੀਅਰ ਹੋ ਸਕਦੇ ਹੋ। UPSC ਦੇ ਸਿਵਲ ਸਰਵਿਸਿਜ਼ ਐਗਜ਼ਾਮ ਦੇ ਵਿੱਚ ਤੁਸੀਂ ਜਨਰਲ ਕੈਟਾਗਰੀ ਦੇ ਹੋ ਤਾਂ ਤੁਸੀਂ 6 ਵਾਰ
21 ਸਾਲ ਦੀ ਉਮਰ ਤੋਂ ਲੈ ਕੇ 32 ਸਾਲ ਦੀ ਏਜ ਤੱਕ ਤੁਸੀਂ 6 ਵਾਰ ਅਪੀਅਰ ਹੋ ਸਕਦੇ ਹੋ। ਭਾਵੇਂ 21ਵੇਂ ਸਾਲ 'ਚ ਹੋ ਜਾਓ, 22ਵੇਂ 'ਚ ਹੋ ਜਾਓ, ਫਿਰ ਤੁਸੀਂ 1 ਸਾਲ ਭਾਵੇਂ ਨਾ ਹੋ, 25ਵੇਂ 'ਚ ਹੋ ਜਾਓ, 26ਵੇਂ 'ਚ ਹੋ ਜਾਓ, 27ਵੇਂ 'ਚ ਹੋ ਜਾਓ, 21 ਸਾਲ ਤੋਂ ਲੈ ਕੇ 32 ਸਾਲ ਦੀ ਉਮਰ ਤੱਕ ਤੁਸੀਂ 6 ਵਾਰ ਟੋਟਲ ਕਦੇ ਵੀ ਐਗਜ਼ਾਮ ਦੇ ਵਿੱਚ ਅਪੀਅਰ ਹੋ ਸਕਦੇ ਹੋ। OBC 9 times, for the SC and ST students unlimited attempts are there। PCS ਦੇ ਵਿੱਚ ਰੀਸੈਂਟਲੀ ਹੀ ਇਹ ਚੇਂਜਿਸ ਹੋਏ ਨੇ। ਪਹਿਲਾਂ 4 ਹੁੰਦੇ ਸੀਗੇ ਜਰਨਲ ਦੇ ਲਈ ਅਟੈਂਪਟ, ਹੁਣ ਜਰਨਲ ਦੇ ਲਈ 6 ਅਟੈਂਪਟ ਨੇ, OBC ਲਈ 9 ਨੇ, SC ਐਂਡ ST ਲਈ ਅਨਲਿਮਿਟਡ ਨੇ। ਜਿੱਥੇ ਤੱਕ ਆਪਾਂ ਗੱਲ ਕਰਦੇ ਹਾਂ ਅਟੈਂਪਟਸ ਦੀ ਕਿ ਕਿੰਨੇ ਵਾਰ ਤੁਹਾਨੂੰ ਚਾਂਸ ਮਿਲਦਾ ਅਪੀਅਰ ਹੋਣ ਦਾ, ਉਹ UPSC ਅਤੇ PPSC ਦੇ ਪੈਟਰਨ ਦੋਨਾਂ ਦੇ ਸੇਮ ਨੇ। ਪਰ ਪੰਜਾਬ ਦੇ ਵਿੱਚ ਜੇਕਰ ਤੁਸੀਂ DSP ਜਾਂ ਡਿਪਟੀ ਸੁਪਰਡੈਂਟ ਆਫ ਜੇਲ੍ਹ ਦੇ ਲਈ ਜੇ ਤੁਸੀਂ ਅਪੀਅਰ ਹੋਣਾ ਤਾਂ ਤੁਹਾਡੀ ਜਰਨਲ ਦੇ ਵਿੱਚ ਏਜ 21 ਸਾਲ ਤੋਂ 28 ਸਾਲ ਹੋਣੀ ਚਾਹੀਦੀ ਆ। SC ST ਐਂਡ OBC ਦੇ ਲਈ 21 to 33 ਈਅਰਸ ਚਾਹੀਦੀ ਆ। ਬਟ ਇਨ UPSC for the IPS there is no any age limit। Second is main important aspect of this paper is exam plan ਕਿ ਕਿਵੇਂ ਹੁੰਦਾ ਇਸ ਐਗਜ਼ਾਮ ਨੂੰ, ਕਿਵੇਂ ਕਰੈਕ ਕਰਦੇ ਨੇ, ਕਿਵੇਂ ਆਪਾਂ ਅਪੀਅਰ ਹੋ ਸਕਦੇ ਹਾਂ ਇਸ ਐਗਜ਼ਾਮ ਦੇ ਵਿੱਚ। ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਪ੍ਰੀਲਿਮਿਨਰੀ ਐਗਜ਼ਾਮ। ਪ੍ਰੀਲਿਮਿਨਰੀ ਦੇ ਵਿੱਚ 2 ਐਗਜ਼ਾਮ ਹੁੰਦੇ ਨੇ, ਉਹ ਅੱਗੇ ਆਪਾਂ ਡਿਸਕਸ ਕਰਾਂਗੇ। ਫਿਰ ਅਗਲਾ ਸਟੈਪ ਹੁੰਦਾ ਮੇਨਸ, ਫਿਰ ਫਿਜ਼ੀਕਲ। ਇਹ ਪੰਜਾਬ 'ਚ ਹੁੰਦਾ ਫॉर PPS ਓਨਲੀ, ਪੰਜਾਬ ਪੁਲਿਸ ਅਫਸਰ ਜਿਨ੍ਹਾਂ ਨੇ DSP ਦੀ ਪੋਸਟ ਲਈ ਕੰਪੀਟ ਕਰਨਾ ਹੁੰਦਾ ਉਹਨਾਂ ਲਈ ਫਿਜ਼ੀਕਲ ਟੈਸਟ ਵੀ ਹੁੰਦਾ ਆ। ਉਸ ਤੋਂ ਬਾਅਦ ਹੁੰਦਾ ਆ ਇੰਟਰਵਿਊ। ਸੋ ਸਭ ਤੋਂ ਪਹਿਲਾਂ ਆਪਾਂ ਡਿਸਕਸ ਕਰਾਂਗੇ ਪ੍ਰੀਲਿਮਿਨਰੀ ਐਗਜ਼ਾਮ। UPSC ਦੇ ਸਿਵਲ ਸਰਵਿਸਿਜ਼ ਐਗਜ਼ਾਮ ਦੇ ਵਿੱਚ ਸਭ ਤੋਂ ਪਹਿਲਾਂ ਹੁੰਦਾ ਆ ਪ੍ਰੀ ਐਗਜ਼ਾਮ, ਜਿਹਦੇ ਵਿੱਚ 2 ਪੇਪਰ ਹੁੰਦੇ ਨੇ ਸੇਮ ਡੇ। ਪੇਪਰ 1 ਜਿਹੜਾ ਕਿ 200 ਨੰਬਰ ਦਾ ਹੁੰਦਾ, ਜਰਨਲ ਸਟੱਡੀ ਪੇਪਰ ਬੋਲਿਆ ਜਾਂਦਾ, ਜਿਹਦੇ ਵਿੱਚ 100 ਕੁਐਸਚਨਸ ਆਉਂਦੇ ਨੇ ਅਤੇ ਹਰ ਕੁਐਸਚਨ 2 ਨੰਬਰ ਦਾ ਹੁੰਦਾ ਅਤੇ ਇਸ ਦੇ ਵਿੱਚ ਨੈਗੇਟਿਵ ਮਾਰਕਿੰਗ ਹੁੰਦੀ ਹੈ 0.33 ਮਾਰਕਸ ਦੀ। ਅਤੇ ਪੇਪਰ 2 ਜਿਹੜਾ 200 ਮਾਰਕਸ ਦਾ ਹੀ ਹੁੰਦਾ, CSAT, ਜਿਹਦੇ ਵਿੱਚ 80 ਕੁਐਸਚਨਸ ਹੁੰਦੇ ਨੇ ਅਤੇ ਹਰ ਕੁਐਸਚਨ 2.5 ਮਾਰਕਸ ਦਾ ਹੁੰਦਾ। ਅਤੇ ਮੈਰਿਟ ਜਿਹੜੀ ਬਣਦੀ ਹੈ ਪੇਪਰ ਪ੍ਰੀ ਦੇ ਵਿੱਚੋਂ ਜਾਂ ਪ੍ਰੀਲਿਮਿਨਰੀਜ਼ ਦੇ ਵਿੱਚੋਂ, ਉਹ ਇਕੱਲੇ ਪੇਪਰ 1 ਦੇ ਜਰਨਲ ਸਟੱਡੀ ਦੇ 200 ਮਾਰਕਸ ਦੇ ਵਿੱਚੋਂ ਹੀ ਬਣਦੀ ਆ। ਜਦੋਂ ਕਿ ਜਿਹੜਾ ਸੈਕਿੰਡ ਪੇਪਰ ਹੈ CSAT ਪੇਪਰ, ਇਹ ਸਿਰਫ ਕੁਆਲੀਫਾਈਂਗ ਐਗਜ਼ਾਮ ਹੈ। ਇਹਦੇ ਵਿੱਚੋਂ ਤੁਸੀਂ 33% ਮਾਰਕਸ ਲੈ ਕੇ ਇਹਨੂੰ ਇਕੱਲਾ ਕੁਆਲੀਫਾਈ ਕਰਨਾ ਹੁੰਦਾ ਅਤੇ ਜਿਹੜੀ ਤੁਹਾਡੀ ਮੈਰਿਟ ਹੈ ਉਹ ਪੇਪਰ 1 ਦੇ ਵਿੱਚੋਂ ਬਣਦੀ ਆ। ਔਨ ਦਾ ਅਦਰ ਸਾਈਡ PCS ਦਾ ਜਿਹੜਾ ਪੇਪਰ ਹੁੰਦਾ ਉਹਦੇ ਵਿੱਚ ਵੀ ਪੇਪਰ 1 ਜਰਨਲ ਸਟੱਡੀ 100 ਕੁਐਸਚਨਸ ਹੁੰਦੇ ਨੇ, 2 ਨੰਬਰ ਦਾ ਹਰ ਇੱਕ ਕੁਐਸਚਨ ਹੁੰਦਾ ਅਤੇ 200 ਮਾਰਕ ਦਾ ਪੇਪਰ 1 ਹੁੰਦਾ। ਪੇਪਰ 2 ਫਿਰ 200 ਮਾਰਕਸ ਦਾ ਹੁੰਦਾ, ਸੇਮ ਡੇ ਹੁੰਦਾ, 80 ਕੁਐਸਚਨਸ ਹੁੰਦੇ ਨੇ ਅਤੇ ਹਰ ਕੁਐਸਚਨ 2.5 ਮਾਰਕਸ ਦਾ ਹੁੰਦਾ। ਪਰ ਇੱਥੇ ਡਿਫਰੈਂਸ ਹੈ UPSC ਦੇ ਨਾਲੋਂ, ਸਿਵਲ ਸਰਵਿਸਿਜ਼ ਐਗਜ਼ਾਮ ਜਿਹੜਾ ਉਹ ਕੰਡਕਟ ਕਰਦੇ ਨੇ ਪੰਜਾਬ ਦੇ PCS ਨਾਲੋਂ, ਕਿ ਇੱਥੇ ਜਿਹੜੀ ਮੈਰਿਟ ਹੈ ਪੰਜਾਬ ਦੀ ਉਹ 200 ਪੇਪਰ 2 ਅਤੇ 200 ਪੇਪਰ 1 ਦੋਨਾਂ ਦਾ ਮਿਲਾ ਕੇ 400 ਦੇ ਵਿੱਚੋਂ ਮੈਰਿਟ ਲਿਸਟ ਬਣਦੀ ਆ ਫॉर ਦਾ ਮੇਨਸ, ਕਿ ਜਿਹੜੇ ਬੱਚਿਆਂ ਨੂੰ ਮੇਨਸ ਦੇ ਵਿੱਚ ਬਿਠਾਉਣਾ। ਇੱਥੇ ਜਿਹੜੀ ਆਪਣਾ ਸਿਲੈਕਟ ਕਰਦੇ ਹਾਂ ਆਪਾਂ ਕਿ ਫੋਰ ਐਗਜ਼ਾਮਪਲ ਪ੍ਰੀਲਿਮਸ ਦੇ ਵਿੱਚ 1 ਲੱਖ ਬੰਦੇ ਨੇ ਪੇਪਰ ਦਿੱਤਾ ਅਤੇ ਮੇਨਸ ਦੇ ਵਿੱਚ ਆਪਾਂ ਘੱਟ ਬੱਚਿਆਂ ਨੂੰ ਇਹਨਾਂ ਵਿੱਚੋਂ ਸਿਲੈਕਟ ਕਰਕੇ ਲੈ ਕੇ ਜਾਂਦੇ ਹਾਂ ਕਿ ਮੇਨਸ ਦੇ ਵਿੱਚ ਹਰ ਲੈਵਲ ਦੇ ਉੱਤੇ ਨਾ ਇੱਥੇ ਐਲੀਮੀਨੇਸ਼ਨ ਹੁੰਦੀ ਆ, ਹਰ ਲੈਵਲ 'ਤੇ ਸਟੂਡੈਂਟ ਘੱਟਦੇ ਜਾਂਦੇ ਨੇ, ਕਿਉਂਕਿ ਆਪਾਂ ਉਹਨਾਂ ਦੇ ਵਿੱਚੋਂ ਕੀ ਕਰਦੇ ਜਾਂਦੇ ਹਾਂ ਕਿ ਮੈਰਿਟ ਬਣਾ ਕੇ ਚੂਜ਼ ਕਰਦੇ ਜਾਂਦੇ ਹਾਂ ਔਨ ਦਾ ਬੇਸਿਸ ਆਫ ਸਮ ਸਟੈਂਡਰਡ ਪੈਰਾਮੀਟਰਸ। ਅਤੇ ਸੈਕਿੰਡ PCS ਦੇ ਐਗਜ਼ਾਮ ਦੇ ਵਿੱਚ ਨੈਗੇਟਿਵ ਮਾਰਕਿੰਗ ਨਹੀਂ ਹੁੰਦੀ। 400 ਦੇ ਵਿੱਚੋਂ ਪੇਪਰ 1 ਅਤੇ ਪੇਪਰ 2 ਦੇ ਵਿੱਚੋਂ ਜਿੰਨੇ ਤੁਹਾਡੇ ਮਾਰਕਸ ਆਉਂਦੇ ਨੇ ਉਹਨਾਂ ਨੂੰ ਕੰਬਾਈਨ ਕਰਕੇ ਆਪਾਂ ਮੈਰਿਟ ਬਣਾਉਂਦੇ ਹਾਂ। ਪ੍ਰੀਲਿਮਿਨਰੀਜ਼ ਤੋਂ ਬਾਅਦ ਫਿਰ ਹੁੰਦਾ ਆ ਮੇਨਸ। ਮੇਨਸ ਦੇ ਵਿੱਚ ਬੱਚੇ ਸਿਲੈਕਟ ਕੀਤੇ ਜਾਂਦੇ ਨੇ 12 to 30 ਟਾਈਮ ਆਫ ਵੈਕੈਂਸੀਜ਼। PCS ਦੇ ਵਿੱਚ ਵੀ 30 ਟਾਈਮ ਆਫ ਵੈਕੈਂਸੀਜ਼। ਮਤਲਬ ਕੀ ਆ ਕਿ ਜੇ 100 ਪੋਸਟਾਂ ਦੇ ਲਈ ਐਗਜ਼ਾਮ ਕੰਡਕਟ ਕਰ ਰਹੀ ਹੈ PCS ਜਾਂ UPSC, ਤਾਂ ਹੋ ਸਕਦਾ ਲੱਖ ਬੰਦੇ ਨੇ ਪੇਪਰ ਦਿੱਤਾ ਹੋਵੇ, ਉਹਨਾਂ ਨੇ ਪ੍ਰੀ ਦੇ ਵਿੱਚੋਂ ਐਲੀਮੀਨੇਟ ਕਰਨੇ ਨੇ ਸਟੂਡੈਂਟ, ਤਾਂ ਉਹ 1 ਲੱਖ ਬੱਚਾ ਜਿਹਨੇ ਪ੍ਰੀ ਦਿੱਤਾ
ਉਹਦੇ ਵਿੱਚੋਂ ਫੋਰ ਐਗਜ਼ਾਮਪਲ 100 ਪੋਸਟਾਂ ਸੀ ਤਾਂ 1300 ਇੰਟੂ ਮਤਲਬ 13 ਗੁਣਾ ਜ਼ਿਆਦਾ ਬੰਦਿਆਂ ਨੂੰ ਉੱਪਰ ਵਾਲੇ ਬੱਚੇ ਜਿਨ੍ਹਾਂ ਦੇ ਹਾਈਐਸਟ ਮਾਰਕਸ ਹੁੰਦੇ ਨੇ ਪ੍ਰੀ ਦੇ ਵਿੱਚੋਂ ਉਹ 13 ਗੁਣਾ ਬੱਚਿਆਂ ਨੂੰ ਆਪਾਂ ਅਪੀਅਰ ਕਰਾਉਂਦੇ ਹਾਂ ਮੇਨਸ ਦੇ ਐਗਜ਼ਾਮ ਦੇ ਵਿੱਚ। UPSC ਦੇ ਵਿੱਚ ਮੇਨਸ ਐਗਜ਼ਾਮ ਜਿਹੜਾ ਹੁੰਦਾ ਉਹ ਸਬਜੈਕਟਿਵ ਹੁੰਦਾ, ਜਿਹੜਾ ਪ੍ਰੀਲਿਮਿਨਰੀ ਐਗਜ਼ਾਮ ਹੁੰਦਾ ਉਹ ਓਬਜੈਕਟਿਵ ਟਾਈਪ ਹੁੰਦਾ, ਜਿਹਦੇ ਵਿੱਚ ਤੁਹਾਨੂੰ 4 ਚੋਇਸਿਸ ਮਿਲਦੀਆਂ ਨੇ ABCD। ਤੁਸੀਂ ਉਹ ਚਾਰਾਂ ਦੇ ਵਿੱਚੋਂ ਜਿਹੜਾ ਐਪਰੋਪਰੀਏਟ ਆਨਸਰ ਹੁੰਦਾ, ਰਾਈਟ ਆਨਸਰ ਹੁੰਦਾ, ਉਹਨੂੰ ਟਿਕ ਕਰਨਾ ਹੁੰਦਾ। ਪਰ ਜਿਹੜੇ ਮੇਨਸ ਹੁੰਦੇ ਨੇ ਇਹ ਤੁਹਾਡੇ ਜਿੱਦਾਂ ਹੁਣ ਡਿਗਰੀ ਐਗਜ਼ਾਮ ਹੁੰਦੇ ਨੇ ਸਬਜੈਕਟਿਵ ਪੇਪਰ, ਇਸ ਤਰੀਕੇ ਨਾਲ ਹੀ ਇਹ ਐਗਜ਼ਾਮ ਕੰਡਕਟ ਕੀਤਾ ਜਾਂਦਾ। UPSC ਦੇ ਵਿੱਚ 9 ਪੇਪਰਸ ਹੁੰਦੇ ਨੇ, 9 ਪੇਪਰ ਹੁੰਦੇ ਨੇ, ਜਿਨ੍ਹਾਂ ਦੇ ਵਿੱਚੋਂ 2 ਕੁਆਲੀਫਾਈਂਗ ਹੁੰਦੇ ਨੇ ਅਤੇ 7 ਮੈਰੀਟੋਰੀਅਸ ਪੇਪਰ ਹੁੰਦੇ ਨੇ। ਕੁਆਲੀਫਾਈਂਗ ਪੇਪਰ ਦੇ ਵਿੱਚ ਐਨੀ ਲੈਂਗੁਏਜ ਆਪਣੇ ਜਿਹੜੇ ਕੌਨਸਟੀਟਿਊਸ਼ਨ ਦੇ ਵਿੱਚ ਲੈਂਗੁਏਜ ਮੈਂਸ਼ਨਡ ਨਹੀਂ ਗੀਆਂ, ਉਹਨਾਂ ਦੇ ਵਿੱਚੋਂ ਕੋਈ ਵੀ ਲੈਂਗੁਏਜ ਤੁਸੀਂ ਪੰਜਾਬ ਦੇ ਹੋ ਤਾਂ ਤੁਸੀਂ ਪੰਜਾਬੀ ਦਾ ਪੇਪਰ ਦਿਓਗੇ 300 ਮਾਰਕਸ ਦਾ, ਅਤੇ ਇੰਗਲਿਸ਼ ਦਾ ਪੇਪਰ ਹਰ ਬੱਚੇ ਲਈ ਕੰਪਲਸਰੀ ਹੁੰਦਾ 300 ਮਾਰਕਸ ਦਾ। ਇਹ ਕੁਆਲੀਫਾਈਂਗ ਮਾਰਕਸ ਦਾ ਹੁੰਦਾ ਅਤੇ ਇਹਨੂੰ ਸਿਰਫ ਤੁਸੀਂ ਕੁਆਲੀਫਾਈ ਕਰਨਾ ਹੁੰਦਾ। ਅਤੇ ਫਿਰ 7 ਪੇਪਰ ਹੁੰਦੇ ਨੇ। ਪੇਪਰ 1 ਐਸੇ 250 ਮਾਰਕਸ ਦਾ ਹੁੰਦਾ। ਪੇਪਰ 2 ਜਰਨਲ ਸਟੱਡੀ 1 250 ਮਾਰਕਸ। ਇਸੇ ਤਰ੍ਹਾਂ ਪੇਪਰ 3 4 ਪੇਪਰ 5 250 ਮਾਰਕਸ ਦੇ ਜਰਨਲ ਸਟੱਡੀ ਦੇ ਪੇਪਰ ਹੁੰਦੇ ਨੇ। ਉਸ ਤੋਂ ਬਾਅਦ UPSC ਦੇ ਵਿੱਚ 2 ਪੇਪਰ ਆਪਸ਼ਨਲ ਹੁੰਦੇ ਨੇ, ਜਿਹੜਾ ਕਿ ਤੁਸੀਂ ਇੱਕ ਸਬਜੈਕਟ ਆਪਸ਼ਨਲ ਲੈਣਾ ਹੁੰਦਾ, ਉਹਦੇ 2 ਪੇਪਰ ਹੁੰਦੇ ਨੇ 250 ਮਾਰਕਸ ਈਚ। ਔਨ ਦਾ ਅਦਰ ਸਾਈਡ PCS ਦੇ ਵਿੱਚ 7 ਪੇਪਰ 7 ਪੇਪਰ ਜਿਹੜੇ ਹੁੰਦੇ ਨੇ ਇਹ ਕੁਆਲੀਫਾਈਂਗ ਪੇਪਰ ਨਹੀਂ ਹੈਗੇ, ਇਹ ਸਾਰੇ ਹੀ ਮੈਰੀਟੋਰੀਅਸ ਪੇਪਰ ਨੇ, ਜਿਹੜੇ ਕਿ ਸਾਰਿਆਂ ਨੂੰ ਮਿਲਾ ਕੇ ਹੀ, ਸਾਰਿਆਂ ਦੇ ਨੰਬਰਾਂ ਨੂੰ ਮਿਲਾ ਕੇ ਹੀ, ਮਾਰਕਸ ਨੂੰ ਮਿਲਾ ਕੇ ਹੀ ਮੈਰਿਟ ਬਣਦੀ ਆ ਫॉर ਦਾ ਇੰਟਰਵਿਊ। ਪਹਿਲਾ ਪੇਪਰ ਹੁੰਦਾ ਪੰਜਾਬੀ ਦਾ, +2 ਲੈਵਲ ਦੇ ਪੇਪਰ ਹੁੰਦੇ ਨੇ ਇਹ। ਪੰਜਾਬੀ ਦਾ 100 ਮਾਰਕਸ, ਇੰਗਲਿਸ਼ 100 ਮਾਰਕਸ, ਫਿਰ ਜਨਰਲ ਸਟੱਡੀ ਪੇਪਰ 1 2 3 4। ਉਸੇ ਤਰੀਕੇ ਨਾਲ ਐਸੇ ਦਾ ਪੇਪਰ ਹੁੰਦਾ 150 ਮਾਰਕਸ ਦਾ। UPSC ਦੇ ਵਿੱਚ ਜਿਹੜਾ ਪੇਪਰ 1 ਹੈ ਜਰਨਲ ਸਟੱਡੀ, ਉਹਦੇ ਵਿੱਚ ਇੰਡੀਅਨ ਹੈਰੀਟੇਜ ਐਂਡ ਕਲਚਰ, ਹਿਸਟਰੀ ਐਂਡ ਜੋਗਰਾਫੀ ਆਫ ਦਾ ਵਰਲਡ, ਸੋਸਾਇਟੀ, ਇਹ 3 ਸੈਕਸ਼ਨ 3 ਸਬਜੈਕਟ ਦੇ ਜਿਹੜੇ ਟੌਪਿਕਸ ਨੇ ਉਹ ਜਰਨਲ ਸਟੱਡੀ 1 ਦੇ ਵਿੱਚ ਹੁੰਦੇ ਨੇ। ਜਰਨਲ ਸਟੱਡੀ 2 ਦੇ ਵਿੱਚ ਗਵਰਨੈਂਸ, ਕੌਨਸਟੀਟਿਊਸ਼ਨ ਜਿਹਨੂੰ ਆਪਾਂ ਸੰਵਿਧਾਨ ਬੋਲਦੇ ਹਾਂ, ਪੋਲਿਟੀ ਰਾਜਨੀਤੀ, ਸੋਸ਼ਲ ਜਸਟਿਸ ਅਤੇ ਇੰਟਰਨੈਸ਼ਨਲ ਰਿਲੇਸ਼ਨ, ਇਹ ਪੇਪਰ 2 ਦੇ ਵਿੱਚ ਹੁੰਦਾ। ਪੇਪਰ 3 ਦੇ ਵਿੱਚ ਟੈਕਨੋਲੋਜੀ, ਇਕਨੋਮਿਕ ਡਿਵੈਲਪਮੈਂਟ, ਬਾਇਓਡਾਇਵਰਸਿਟੀ, ਇਨਵਾਇਰਮੈਂਟ, ਸਿਕਿਉਰਿਟੀ ਐਂਡ ਡਿਜ਼ਾਸਟਰ ਮੈਨੇਜਮੈਂਟ, ਇਹ ਜਰਨਲ ਸਟੱਡੀ ਪੇਪਰ 3 ਦਾ ਪਾਰਟ ਹੈ। ਜਰਨਲ ਸਟੱਡੀ ਪੇਪਰ 4 ਦੇ ਵਿੱਚ ਐਥਿਕਸ, ਇੰਟੈਗ੍ਰਿਟੀ ਐਂਡ ਐਪਟੀਟਿਊਡ। ਸੇਮ ਐਜ਼ ਆਪਸ਼ਨਲ ਸਬਜੈਕਟ, ਇਹ ਲਿਸਟ ਹੈਗੀ। ਇਹਨਾਂ ਦੇ ਵਿੱਚੋਂ ਆਪਸ਼ਨਲ ਸਬਜੈਕਟ ਤੁਸੀਂ ਕੋਈ ਵੀ ਪਿਕ ਕਰ ਸਕਦੇ ਹੋ, ਕੋਈ ਵੀ ਇੱਕ ਸਬਜੈਕਟ ਤੁਸੀਂ ਚੂਜ਼ ਕਰ ਲਓਗੇ। ਫੋਰ ਐਗਜ਼ਾਮਪਲ ਜਿੱਦਾਂ BSc ਐਗਰੀਕਲਚਰ ਵਾਲੇ ਆ, ਉਹ ਐਗਰੀਕਲਚਰ ਦੇ ਵਿੱਚ ਜ਼ਿਆਦਾ ਕੰਫਰਟੇਬਲ ਹੁੰਦੇ ਨੇ। ਇਕਨੋਮਿਕਸ ਜਿਨ੍ਹਾਂ ਨੇ ਗ੍ਰੈਜੂਏਸ਼ਨ 'ਚ ਪੜ੍ਹੀ ਆ ਉਹ ਇਕਨੋਮਿਕਸ ਵੀ ਆਪਟ ਕਰ ਸਕਦੇ ਨੇ। ਜਿਹੜੇ ਬੱਚੇ BBA ਕਰ ਰਹੇ ਨੇ, MBA ਕਰ ਰਹੇ ਨੇ, ਉਹ ਮੈਨੇਜਮੈਂਟ ਲੈ ਸਕਦੇ ਨੇ। BCom ਵਾਲੇ ਕਾਮਰਸ ਲੈ ਸਕਦੇ ਨੇਗੇ। ਮੈਥ MSc BSc ਮੈਥਸ ਵਾਲੇ ਮੈਥਸ ਲੈ ਸਕਦੇ ਨੇ। ਤੇ ਜਿਹੜੇ ਬੱਚੇ ਇੱਥੇ ਨੀਚੇ ਲਿਟਰੇਚਰ ਵੀ ਨੇ, ਪੰਜਾਬੀ, ਹਿੰਦੀ, ਜਿਹਦੇ 'ਚ ਵੀ ਤੁਸੀਂ ਕੰਫਰਟੇਬਲ ਹੋ, ਕੋਈ ਵੀ ਇੱਕ ਸਬਜੈਕਟ ਤੁਸੀਂ ਆਪਟ ਕਰਕੇ ਉਹਦੇ 2 ਪੇਪਰ ਦੇਣੇ ਹੁੰਦੇ ਨੇ ਆਪਸ਼ਨਲ। ਉਸ ਤੋਂ ਬਾਅਦ PCS ਦੇ ਪੇਪਰ 1 ਦੇ ਵਿੱਚ ਹਿਸਟਰੀ, ਜਿਹੜੀ ਕਿ ਏਂਸ਼ੀਐਂਟ, ਮਿਡੀਵੀਅਲ, ਮਾਡਰਨ ਐਂਡ ਵਰਲਡ ਹਿਸਟਰੀ, ਜੋਗਰਾਫੀ ਆਫ ਦਾ ਵਰਲਡ, ਇੰਡੀਆ ਐਂਡ ਪੰਜਾਬ ਐਂਡ ਸੋਸਾਇਟੀ, ਇਹ ਤੁਹਾਡੇ ਪੇਪਰ 1 ਦੇ ਵਿੱਚ ਰਹਿੰਦੇ ਨੇ। ਪੇਪਰ 2 ਦੇ ਵਿੱਚ ਇੰਡੀਅਨ ਕੌਨਸਟੀਟਿਊਸ਼ਨ ਐਂਡ ਪੋਲਿਟੀ, ਗਵਰਨੈਂਸ ਐਂਡ ਇੰਟਰਨੈਸ਼ਨਲ ਰਿਲੇਸ਼ਨਸ। ਪੇਪਰ 3 ਦੇ ਵਿੱਚ ਇਕੋਨਮੀ, ਸਟੈਟਿਸਟਿਕਸ ਐਂਡ ਸਿਕਿਉਰਿਟੀ ਇਸ਼ੂਜ਼। ਪੇਪਰ 4 ਦੇ ਵਿੱਚ ਸਾਇੰਸ ਐਂਡ ਟੈਕਨੋਲੋਜੀ, ਇਨਵਾਇਰਮੈਂਟ, ਪ੍ਰੋਬਲਮ ਸੋਲਵਿੰਗ ਐਂਡ ਡਿਸੀਜ਼ਨ ਮੇਕਿੰਗ। ਇਹ ਜਿਹੜੇ ਟੌਪਿਕ ਨੇ, ਜਿਹੜੇ ਬਰੋਡ ਆਪਣਾ ਤੁਹਾਡਾ ਜਿਹੜੇ ਸਬਜੈਕਟ ਨੇ, ਇਹ ਪੇਪਰ 1 2 3 4 ਦੇ ਵਿੱਚ ਕੰਬਾਈਨ ਹੀ ਤੁਹਾਨੂੰ ਪੁੱਛੇ ਜਾਂਦੇ ਨੇ। ਉਸ ਤੋਂ ਬਾਅਦ ਜਿਹੜਾ ਮੇਨਸ ਦਾ ਰਿਜ਼ਲਟ ਹੁੰਦਾ, 9 ਪੇਪਰ ਹੁੰਦੇ ਨੇ UPSC ਦੇ, ਜਿਹਦੇ ਵਿੱਚ 2 ਕੁਆਲੀਫਾਈਂਗ ਨੇ, 7 ਮੈਰੀਟੋਰੀਅਸ ਨੇ। ਉਹ 7 ਪੇਪਰ ਦਾ ਜਿਹੜਾ ਟੋਟਲ ਹੈ 1750 ਮਾਰਕਸ ਦਾ ਬਣਦਾ, ਅਤੇ 1750 ਮਾਰਕਸ ਦੇ ਵਿੱਚੋਂ ਹਰ ਇੱਕ ਬੱਚੇ ਦੇ ਜਿਹੜੇ ਮਾਰਕਸ ਨੇ ਉਹ ਕੰਬਾਈਨ ਕਰਕੇ ਜੋੜੇ ਜਾਂਦੇ ਨੇ, ਅਤੇ ਮੈਰਿਟ ਤੇ ਕੱਟ ਆਫ ਡਿਸਾਈਡ ਕੀਤੀ ਜਾਂਦੀ ਹੈ ਕਮਿਸ਼ਨ ਦੇ ਦੁਆਰਾ ਫॉर ਦਾ ਪਰਸਨੈਲਿਟੀ ਟੈਸਟ, ਜਿਹਨੂੰ ਤੁਸੀਂ ਇੰਟਰਵਿਊ ਵੀ ਬੋਲ ਸਕਦੇ ਹੋ,
कि जे 1300 बच्चे ने 100 पोस्टां सी 1300 बच्चे नूं मेन्स दे विच बिठाया 1 ਲੱਖ ਦੇ ਵਿੱਚੋਂ ਤਾਂ 1300 ਦੇ ਵਿੱਚੋਂ ਹੁਣ ਇੰਟਰਵਿਊ ਦੇ ਲਈ ਕਿੰਨੇ ਬੁਲਾਣੇ ਨੇ ਮੋਸਟ ਆਫ ਟਾਈਮ 3 ਟਾਈਮ ਹੀ ਬੁਲਾਏ ਜਾਂਦੇ ਨੇ ਕਿ 1300 ਦੇ ਵਿੱਚੋਂ ਜਿਹੜੇ ਹਾਈਐਸਟ ਮਾਰਕਸ ਨੇ ਜਿਹੜੇ 300 ਬੱਚੇ ਦੇ ਉਹਨਾਂ ਨੂੰ ਤੁਸੀਂ ਇੰਟਰਵਿਊ ਦੇ ਲਈ ਕੀ ਕਰਦੇ ਹੋ ਕਾਲ ਕਰਦੇ ਹੋ। PCS ਦੇ ਵਿੱਚ ਜਿਹੜੇ 7 ਪੇਪਰ ਨੇ ਉਹ 1350 ਮਾਰਕਸ ਦੇ ਕਮਿਊਲੇਟਡ ਕਰਕੇ ਮਾਰਕਸ ਨੂੰ ਆਪਾਂ ਫਾਈਂਡ ਆਊਟ ਕਰਦੇ ਹਾਂ ਕਿ ਮੈਰਿਟ ਕੀ ਗਈ ਆ। ਪਰ PCS ਦੇ ਵਿੱਚ ਜਰਨਲ ਸਟੱਡੀ ਲਈ 45% ਐਗਰੀਗੇਟ ਮਾਰਕਸ ਚਾਹੀਦੇ ਨੇ 1350 ਮਾਰਕਸ ਦੇ ਵਿੱਚੋਂ ਅਤੇ 25% ਇਨ ਈਚ ਪੇਪਰ। SC ST ਦੇ ਲਈ 40% ਐਗਰੀਗੇਟ ਐਂਡ 25% ਇਨ ਈਚ ਪੇਪਰ ਐਂਡ ਤੇ ਜਿਹੜੇ ਬੱਚਿਆਂ ਨੇ ਮੇਨਸ ਦੇ ਵਿੱਚ ਅਪੀਅਰ ਹੋਏ ਜਿਹੜੇ ਬੱਚੇ ਇੰਟਰਵਿਊ ਦੇ ਲਈ 3 ਟਾਈਮਸ ਆਫ ਵੈਕੈਂਸੀਜ਼ ਜਿਹੜੀਆਂ ਅਵੇਲੇਬਲ ਹੁੰਦੀਆਂ ਨੇ ਉਹ ਬੱਚੇ ਇੰਟਰਵਿਊ ਦੇ ਲਈ ਕਾਲ ਕੀਤੇ ਜਾਂਦੇ ਨੇ। ਪਰ ਇੱਥੇ ਜਿਹੜੇ ਬੱਚਿਆਂ ਨੇ DSP ਲਈ ਆਪਣੀ ਪੋਸਟ ਨੂੰ ਪ੍ਰੈਫਰੈਂਸ ਦਿੱਤੀ ਹੁੰਦੀ ਆ ਤਾਂ ਉਹਨਾਂ ਨੂੰ ਮੇਨਸ ਦੇ ਰਿਜ਼ਲਟ ਤੋਂ ਬਾਅਦ ਜਿਹੜੇ ਬੱਚਿਆਂ ਦਾ ਮੇਨਸ ਦਾ ਰਿਜ਼ਲਟ ਕਲੀਅਰ ਹੋ ਜਾਂਦਾ ਉਹਨਾਂ ਨੂੰ ਇਨਫੋਰਮ ਕੀਤਾ ਜਾਂਦਾ ਕਿ ਜਿਹੜੇ ਬੱਚਿਆਂ ਨੇ ਪੁਲਿਸ ਆਫਿਸ ਦੇ ਵਿੱਚ ਜਾਣਾ ਅਤੇ ਜਿਹੜੇ ਉਸ ਏਜ ਕ੍ਰਾਈਟੀਰੀਆ ਜਰਨਲ ਦੇ ਲਈ 21 ਤੋਂ 28 ਸਾਲ ਦੀ ਏਜ ਦੇ ਵਿੱਚ ਆਉਂਦੇ ਨੇ ਤਾਂ ਉਹ ਆਪਣੇ ਫਿਜ਼ੀਕਲ ਟੈਸਟ ਦੇ ਲਈ ਨਿਰਧਾਰਿਤ ਸਮੇਂ ਅਤੇ ਨਿਰਧਾਰਿਤ ਜਗ੍ਹਾ ਦੇ ਉੱਤੇ ਉਹਨਾਂ ਨੂੰ ਕਾਲ ਕੀਤੀ ਜਾਂਦੀ ਆ। ਉਹਦੇ ਲਈ ਥੋੜ੍ਹੇ ਜਿਹੇ ਫਿਜ਼ੀਕਲ ਮੈਜ਼ਰਸ ਚਾਹੀਦੇ ਨੇ ਜਿੱਦਾਂ ਹਾਈਟ ਦੇ ਮੈਨ ਦੇ ਲਈ 5 ਫੁੱਟ 7 ਇੰਚ ਵੀਮੈਨ ਦੇ ਲਈ 5 ਫੁੱਟ 3 ਇੰਚ ਚੈਸਟ 33 ਤੋਂ 34.5 ਇੰਚ ਵੀਮੈਨ ਦੇ ਲਈ ਇਹ ਮੈਜ਼ਰ ਨਹੀਂ ਹੈਗਾ। ਰੇਸ 1600 ਮੀਟਰ 7.5 ਮਿੰਟ ਦੇ ਵਿੱਚ 800 ਮੀਟਰ 4 ਮਿੰਟ 45 ਸੈਕਿੰਡਸ ਦੇ ਵਿੱਚ ਲੌਂਗ ਜੰਪ 3.60 ਮੀਟਰ ਐਂਡ 3 ਮੀਟਰ ਫॉर ਦਾ ਵੀਮੈਨ ਹਾਈ ਜੰਪ ਦੈਨ ਵਰਟੀਕਲ ਰੋਪ ਓਨਲੀ ਫॉर ਮੈਨ 2 ਮੀਟਰ ਉੱਚੀ ਤੁਸੀਂ ਰੱਸੀ ਬੰਨੀ ਹੁੰਦੀ ਆ ਉਹਨੂੰ ਫੜ ਕੇ ਉੱਪਰ ਚੜ੍ਹਨਾ ਹੁੰਦਾ ਅਤੇ ਲੜਕੀਆਂ ਲਈ ਸ਼ਟਲ ਹੁੰਦੀ ਆ ਰਨਿੰਗ ਬਿਟਵੀਨ 2 ਪੈਰਲਲ ਲਾਈਨਸ 10 ਮੀਟਰ ਅਪਾਰਟ 5 ਟਾਈਮ ਇਨ 20 ਸੈਕਿੰਡਸ। ਠੀਕ ਹੈ ਜੀ, ਇਹ 10 ਮੀਟਰ ਦੂਰ ਤੋਂ ਦੂਰ ਇੱਕ ਰੱਸੀ ਬੰਨੀ ਜਾਂਦੀ ਆ ਇੱਕ ਦੂਜੀ ਤੋਂ ਦੂਰ 10 ਮੀਟਰ ਅਤੇ 5 ਵਾਰ ਤੁਸੀਂ ਇੱਧਰ ਤੋਂ ਉੱਧਰ ਜਾਣਾ ਹੁੰਦਾ 20 ਸੈਕਿੰਡ ਦੇ ਵਿੱਚ। ਹਾਂਜੀ, ਇੰਟਰਵਿਊ ਦੇ ਵਿੱਚ ਪਰਸਨੈਲਿਟੀ ਟੈਸਟ ਬੋਲਦੇ ਆ UPSC ਦੇ ਵਿੱਚ ਜਿਹੜੀ ਕਿ 275 ਮਾਰਕਸ ਦੀ ਹੁੰਦੀ ਆ। ਇਸ ਪਰਸਨੈਲਿਟੀ ਟੈਸਟ ਦੇ ਵਿੱਚ ਤੁਹਾਡੀ ਇੰਟਰਵਿਊ ਕਾਈਂਡ ਤੁਹਾਨੂੰ 1-to-1 ਇੰਟਰੈਕਸ਼ਨ ਹੁੰਦੀ ਆ ਤੁਹਾਡੀ ਬੋਰਡ ਦੇ ਨਾਲ ਜਿਹੜਾ ਬੋਰਡ ਕੌਨਸਟੀਟਿਊਟ ਕੀਤਾ ਜਾਂਦਾ UPSC ਵੱਲੋਂ ਕਮਿਸ਼ਨ ਵੱਲੋਂ ਟੂ ਜੱਜ ਅਬਾਊਟ ਦਾ ਪਰਸਨੈਲਿਟੀ ਵਟ ਅ ਪਰਸਨ ਹੈਜ਼। ਉਹ ਤੁਹਾਨੂੰ ਤੁਹਾਡਾ ਏਰੀਆ ਆਫ ਇੰਟਰਸਟ ਤੁਹਾਨੂੰ ਸਾਈਕੋਲੋਜੀਕਲ ਮੋਟੀਵੇਸ਼ਨ ਬਿਹੇਵੀਅਰ ਲੈਵਲ ਦੇ ਉੱਤੇ ਜਾਣਨ ਦੀ ਕੋਸ਼ਿਸ਼ ਕਰਦੇ ਨੇ ਅਤੇ ਅਕੋਰਡਿੰਗ ਟੂ ਦੇਅਰ ਪੈਰਾਮੀਟਰਸ ਅਤੇ ਤੁਹਾਡੇ ਬਿਹੇਵੀਅਰ ਦੇ ਅਕੋਰਡਿੰਗ ਤੁਹਾਨੂੰ 275 ਮਾਰਕਸ ਦੇ ਵਿੱਚੋਂ ਨੰਬਰ ਦੇ ਦਿੱਤੇ ਜਾਂਦੇ ਨੇ। PCS ਦੇ ਵਿੱਚ ਜਿਹੜੀ ਇੰਟਰਵਿਊ ਆ ਉਹ 150 ਮਾਰਕਸ ਦੀ ਹੁੰਦੀ ਆ ਅਤੇ ਜਿਹੜਾ ਫਾਈਨਲ ਰਿਜ਼ਲਟ ਹੈ IAS IPS ਦਾ ਜਾਂ ਸਿਵਲ ਸਰਵਿਸਿਜ਼ ਐਗਜ਼ਾਮ ਦਾ ਉਹ ਮੇਨਸ ਦੇ ਮਾਰਕਸ ਜਿਹੜੇ 1750 ਦੇ ਵਿੱਚੋਂ ਆਏ ਬੱਚੇ ਦੇ ਅਤੇ ਪਰਸਨੈਲਿਟੀ ਟੈਸਟ ਇੰਟਰਵਿਊ ਦੇ ਵਿੱਚੋਂ 275 ਦੇ ਵਿੱਚੋਂ ਜਿੰਨੇ ਆਏ ਉਹਨਾਂ ਨੂੰ ਦੇਖਿਆ ਜਾਂਦਾ 2025 ਇਹ ਦੋਵਾਂ ਮਾਰਕਸ ਨੂੰ ਐਡ ਕਰਕੇ ਸੇਮ ਐਜ਼ 1350 ਮੇਨਸ ਦੇ ਪੰਜਾਬ ਦੇ ਵਿੱਚ PCS ਦੇ 150 ਮਾਰਕਸ ਪਰਸਨੈਲਿਟੀ ਟੈਸਟ ਜਿਹਨੂੰ ਇੰਟਰਵਿਊ ਬੋਲਦੇ ਆ ਅਤੇ ਟੋਟਲ 1500 ਦੇ ਵਿੱਚੋਂ ਆਪਾਂ ਫਾਈਨਲ ਰਿਜ਼ਲਟ ਤਿਆਰ ਕਰਦੇ ਹਾਂ ਅਤੇ ਜਿਹੜੇ ਬੱਚਿਆਂ ਨੂੰ ਤੁਸੀਂ 3 ਟਾਈਮਸ ਜਾਂ ਜਿੰਨਾ ਵੀ ਕਮਿਸ਼ਨ ਨੇ ਕੌਨਸਟੀਟਿਊਟ ਕੀਤਾ ਹੁੰਦਾ ਸਟੈਂਡਰਡ ਕਿ ਕਿੰਨੇ ਆਪਾਂ ਬੱਚੇ ਬੁਲਾਏ ਨੇਗੇ ਇੰਟਰਵਿਊ ਦੇ ਲਈ ਉਹਨਾਂ ਦੇ ਵਿੱਚੋਂ ਜਿਹੜੇ ਅੱਪਰ ਜਿਹੜੇ ਸਟੂਡੈਂਟਸ ਹੁੰਦੇ ਨੇ ਜਿਨ੍ਹਾਂ ਦਾ ਨੰਬਰ ਇਕੁਅਲ ਟੂ ਵੇਕੈਂਟ ਪੋਸਟ ਹੁੰਦਾ ਕਿ 100 ਬੱਚਾ ਜਿਹੜਾ ਉੱਪਰ ਵਾਲਾ ਜਿੰਨੀਆਂ ਆਪਾਂ ਫੋਰ ਐਗਜ਼ਾਮਪਲ 100 ਪੋਸਟਾਂ ਲੈ ਕੇ ਚੱਲੇ ਸੀ 100 ਜਿਹੜੇ ਟੌਪ ਮੈਰੀਟੋਰੀਅਸ ਸਟੂਡੈਂਟ ਨੇ ਜਿਹੜੇ ਉਹ ਹੈਗੇ ਨੇ ਉਹਨਾਂ ਦੇ ਬਰਾਬਰ ਜਿਨ੍ਹਾਂ ਦੇ ਮਾਰਕਸ ਨੇ ਜਿਹੜੇ ਉਹ ਬੱਚੇ ਉਸ ਪਹਿਲੇ 100 ਦੇ ਵਿੱਚ ਆ ਰਹੇ ਨੇ ਉਹ ਸਿਲੈਕਟ ਹੁੰਦੇ ਨੇ ਐਜ਼ IAS IPS DSP PCS SDM ਅਤੇ ਆਫਿਸਰਸ। ਸਭ ਤੋਂ ਪਹਿਲਾਂ ਸਾਡਾ ਇਹੀ ਮਕਸਦ ਸੀ ਕਿ ਕਮ ਸੇ ਕਮ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਐਗਜ਼ਾਮ ਲੈਂਦਾ ਕੌਣ ਹੈ ਕਿਹੜੀ ਏਜ ਤੱਕ ਤੁਸੀਂ ਅਪੀਅਰ ਹੋ ਸਕਦੇ ਹੋ ਕਿਹੜੇ ਸਬਜੈਕਟ ਹੁੰਦੇ ਨੇ ਅਤੇ ਜਦੋਂ ਤੁਸੀਂ ਕੋਈ ਵੀ ਰਿਕਰੂਟਮੈਂਟ ਐਡਵਰਟੀਜ਼ਮੈਂਟ ਵੇਖੋਗੇ ਨਾ ਉਹਦੇ ਵਿੱਚ ਸਪੈਸ਼ਲੀ ਮੈਂਸ਼ਨ ਹੁੰਦਾ ਕਿ ਬੇਸਿਕ ਲੈਵਲ ਅੰਡਰਸਟੈਂਡਿੰਗ ਆਫ ਐਵਰੀ ਸਬਜੈਕਟ। +2 ਲੈਵਲ ਦੇ ਐਗਜ਼ਾਮ ਹੁੰਦੇ ਨੇ ਅਤੇ NCERT ਬੇਸਡ ਮੈਕਸੀਮਮ ਜਿਹੜੇ ਹੁੰਦੇ ਨੇ ਐਗਜ਼ਾਮ ਹੁੰਦੇ ਨੇਗੇ ਇਹ ਅਤੇ ਬੇਸਿਕ ਅੰਡਰਸਟੈਂਡਿੰਗ ਵਾਲੇ ਹੁੰਦੇ ਨੇ ਐਡਵਾਂਸ ਲੈਵਲ ਦੇ ਨਹੀਂ ਹੁੰਦੇ ਬੇਸਿਕ ਅੰਡਰਸਟੈਂਡਿੰਗ ਲੈਵਲ ਦੇ ਪਰ ਅਪਲਾਈਡ ਫਾਰਮ ਦੇ ਵਿੱਚ ਉਹ ਪੁੱਛੇ ਜਾਂਦੇ ਨੇ। ਇਸ ਕਰਕੇ ਇੱਕ ਡਰ ਹੁੰਦਾ ਪਰ ਜੇ ਤੁਹਾਡਾ ਵਿਜ਼ਨ ਕਲੀਅਰ ਆ
ਅਤੇ ਤੁਸੀਂ ਮਿਹਨਤ ਕਰਨ ਲਈ ਤਿਆਰ ਹੋ, ਇਟ ਇਜ਼ ਨੋਟ ਅ ਬਿਗ ਗੇਮ। ਤੁਰ ਕੇ ਵੇਖੋ, ਕੱਲ੍ਹ ਨੂੰ ਤੁਹਾਨੂੰ ਇਹ ਤਾਂ ਨਹੀਂ ਹੋਊਗਾ ਕਿ ਅਸੀਂ ਰੇਸ ਦੇ ਵਿੱਚ ਤੁਰੇ ਹੀ ਨਹੀਂ। ਹਾਰਨਾ ਜਿੱਤਣਾ ਗੇਮ ਦੇ ਦਸਤੂਰ ਹੁੰਦੇ ਨੇ, ਪਰ ਅਸੀਂ ਉਹਨਾਂ ਨਾਲੋਂ ਫਾਰ ਬੈਟਰ ਰਵਾਂਗੇ ਜਿਹੜੇ ਕਦੇ ਗੇਮ ਦੇ ਵਿੱਚ ਪਾਰਟੀਸਪੇਟ ਹੀ ਨਹੀਂ ਕੀਤੇ। ਜੇ ਹਾਰੇ ਹਾਂ ਤਾਂ ਹਾਰੇ ਅਸੀਂ ਤਾਂ ਕਿਉਂਕਿ ਅਸੀਂ ਖੇਡੇ ਹਾਂ। ਜੇ ਅਸੀਂ ਖੇਡਾਂਗੇ ਹੀ ਨਹੀਂ ਤਾਂ ਸਾਡੀ ਹਾਰ ਜਿੱਤ ਹੋਏਗੀ ਕਿੱਦਾਂ? ਸੋ ਇਸ ਕਰਕੇ ਪੋਜ਼ੀਟਿਵਿਟੀ ਨਾਲ, ਪੋਜ਼ੀਟਿਵ ਥਿੰਕਿੰਗ ਦੇ ਨਾਲ ਇਸ ਵੀਡੀਓ ਨੂੰ ਇੱਕ ਵਾਰ ਦੁਬਾਰਾ ਤੋਂ ਦੇਖੋ ਅਤੇ ਨੈਕਸਟ ਵੀਡੀਓ ਦੀ ਵੇਟ ਕਰੋ, ਜਿਹਦੇ ਵਿੱਚ ਅਸੀਂ ਫਰਦਰ ਇਨਫੋਰਮੇਸ਼ਨ ਜਿਹੜੀ ਸਿਵਲ ਸਰਵਿਸ ਐਗਜ਼ਾਮ ਜਾਂ ਬਾਕੀ ਐਗਜ਼ਾਮ ਦੇ ਲਈ ਚਾਹੀਦੀ ਆ ਉਹ ਅਸੀਂ ਲੈ ਕੇ ਆਵਾਂਗੇ। ਕੋਈ ਵੀ ਤੁਹਾਨੂੰ ਇਨਫੋਰਮੇਸ਼ਨ ਚਾਹੀਦੀ ਹੋਵੇ ਤਾਂ ਤੁਸੀਂ ਇਹ ਵਾਲੀ ਈਮੇਲ ਦੇ ਉੱਤੇ ਸਾਨੂੰ ਐਡਰੈਸ ਕਰ ਸਕਦੇ ਹੋ, ਵਟਸਐਪ ਕਰ ਸਕਦੇ ਹੋ ਜਾਂ ਕਾਲ ਕਰ ਸਕਦੇ ਹੋ। ਥੈਂਕ ਯੂ ਸੋ ਮਚ।